ਸ਼ਹੀਦਾਂ ਨੇ ਉਹਨਾਂ ਨੇ ਸਾਰਿਆਂ ਨੂੰ ਸਿਖਾਇਆ ਕਿ ਕਿਸ ਤਰ੍ਹਾਂ ਦੇ ਨਾਲ ਜੰਗ ਵਿੱਚ ਲੜਿਆ ਜਾਂਦਾ। ਪਰ ਫੌਜੀ ਸਿਰਫ ਤੇ ਸਿਰਫ ਕੈਨੇਡਾ ਇੰਗਲੈਂਡ ਦੇ ਵਿੱਚ ਨਹੀਂ, ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਜਵਾਨਾਂ ਨੇ ਇਹ ਦਿਖਾਇਆ ਕਿ ਦੇਸ਼ ਦੇ ਲਈ ਲੜਿਆ ਜਾ ਸਕਦਾ ਹੈ, ਦੇਸ਼ ਦੇ ਲਈ ਕੁਰਬਾਨੀ ਤੱਕ ਦੀ ਗੱਲ ਕੀਤੀ ਜਾ ਸਕਦੀ ਹੈ। ਉਹਨਾਂ ਪਰਿਵਾਰਾਂ ਨੂੰ ਜਿਹੜੇ ਅੱਜ ਵੀ ਜੰਗ ਦੇ ਜ਼ਖਮ ਜਿਹੜੇ ਉਹਨਾਂ ਦੇ ਤਾਜ਼ੇ ਹੋ ਜਾਂਦੇ ਨੇ ਇਹ ਗੱਲਾਂ ਸੁਣ ਕੇ। ਜਦ ਬੰਦਾ ਭਰਤੀ ਹੋ ਜਾਂਦਾ ਹੈ, ਭਰਤੀ ਹੋਣ ਤੋਂ ਬਾਅਦ ਕੁਦਰਤੀ ਸਾਡਾ ਖਿਆਲ ਹੀ ਉਸ ਪਾਸੇ ਸਾਡੀ ਲਗਨ ਮਰੋ ਔਰ ਮਾਰੋ। ਇਹਨਾਂ ਦਾ ਨੌਜਵਾਨ ਪੁੱਤ ਲੜਾਈ ਚਲਾ ਗਿਆ, ਮੁੜ ਕੇ ਘਰ ਨਹੀਂ ਆਇਆ, ਔਰ ਉਹ ਬੱਚਿਆਂ ਦੀ ਮਮਤਾ ਤੇ ਮਾਵਾਂ ਤੇ ਕੀ ਬੀਤਦਾ ਔਰ ਬੱਚਿਆਂ ਤੇ ਕੀ ਬੀਤਦਾ। ਕਿੰਨੇ ਸਾਲ ਸੇਵਾਵਾਂ ਨਿਭਾਈਆਂ ਤੁਸੀਂ ਫੌਜ ਦੇ ਵਿੱਚ? ਮੈਂ 13 ਸਾਲ ਸਰਵਿਸ ਕਰੀ ਹੈ, ਮੈਂ ਮੈਡੀਕਲ ਤੋਂ ਗਰਾਊਂਡ। ਕਿਉਂਕਿ ਅਸੀਂ ਦੇਖਦੇ ਹਾਂ ਕਿ ਰਸ਼ੀਆ ਦੀ ਜਿਹੜੀ ਯੂਕਰੇਨ ਦੇ ਨਾਲ ਲੜਾਈ ਹੋ ਰਹੀ ਹੈ, ਉੱਥੇ ਕਿੰਨੇ ਜ਼ਿਆਦਾ ਜਵਾਨ ਜਿਹੜੇ ਨੇ ਉਹ ਜਿਹੜੇ ਉਹਨਾਂ ਦੀ ਸ਼ਹੀਦ ਹੋ ਗਏ ਨੇ। ਮੈਂ ਕਹਿ ਸਕਦੀ ਹਾਂ ਬਹੁਤ ਸਾਰੇ ਉੱਥੋਂ ਦੇ ਲੋਕ ਜਿਹੜੇ ਸ਼ਹੀਦ ਹੋ ਗਏ ਨੇ। ਜਦੋਂ ਵੀ ਵਾਰਾਂ ਹੁੰਦੀਆਂ ਕੇਸਰ ਸਿੰਘ ਜੀ, ਕਿਸੇ ਨੇ ਕੁਝ ਖੱਟਿਆ ਨਹੀਂ। ਲੜਾਈ ਜੰਗ ਜੇ ਜਿੰਨਾ ਜੰਗ ਤੇ ਪੈਸਾ ਖਰਚ ਕਰ ਰਹੀ ਹੈ ਬਾਰਡਰ ਦੇ ਵਿੱਚ ਹਥਿਆਰਾਂ ਤੇ, ਜੇ ਉਹੀ ਪੈਸਾ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਵੇ ਕਿੰਨਾ ਅੱਛਾ ਹੋਵੇ। ਲੋਕਾਂ ਨੂੰ ਮੈਡੀਕਲ ਗਰਾਊਂਡ ਤੋਂ ਲੋਕਾਂ ਦੀ ਮਦਦ ਕੀਤੀ ਜਾਵੇ, ਲੋਕਾਂ ਦੀ ਗਰੀਬੀ ਰੇਖਾ ਚੋਂ ਲੋਕ ਨਿਕਲ ਸਕਦੇ ਨੇ। ਬਾਰਡਰ ਦੇ ਤੁਹਾਡੇ ਸਾਹਮਣੇ ਹੀ ਹੈ, ਬਾਰਡਰ ਦੇ 30 ਹਿੱਸਾ ਜੇ ਵੀ ਲੋਕ ਭੁੱਖਮਰੀ ਦੇ ਸ਼ਿਕਾਰ ਨੇ, ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸਾਡੀ ਇਹੀ ਹੈ, ਜੇ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਤਾਂ ਸਾਡੇ ਆਉਣ ਵਾਲੀਆਂ ਨਸਲਾਂ ਸੁਰੱਖਿਅਤ ਰਹਿਣਗੀਆਂ ਔਰ ਸਾਡਾ ਭਵਿੱਖ, ਸਾਡਾ ਦੇਸ਼ ਵੀ ਸੁਰੱਖਿਅਤ ਰਹੂ। ਲੀਸਟ ਵੀ ਫੋਰਗੇਟ ਵੀ ਰਿਮੈਂਬਰ। ਰਿਮੈਂਬਰੈਂਸ ਡੇ ਅਸੀਂ ਹਰ ਨਵੰਬਰ 'ਚ ਮਨਾਉਂਦੇ ਹਾਂ, ਪਰ ਉਹ ਫੌਜੀ, ਉਹ ਜਵਾਨ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਕੇ, ਜਿਹੜੇ ਅਜੇ ਵੀ ਉਹ ਜੰਗ ਨੂੰ ਯਾਦ ਕਰ ਰਹੇ ਨੇ। ਕਈਆਂ ਨੇ ਸ਼ਹੀਦਾਂ ਨੇ ਉਹਨਾਂ ਨੇ ਸਾਰਿਆਂ ਨੂੰ ਸਿਖਾਇਆ ਕਿ ਕਿਸ ਤਰ੍ਹਾਂ ਦੇ ਨਾਲ ਜੰਗ ਵਿੱਚ ਲੜਿਆ ਜਾਂਦਾ। ਬਹਾਦਰੀ ਦੇ ਕਿੱਸੇ ਨੇ, ਹੋਰ ਬਹੁਤ ਕੁਝ। ਉਹਨਾਂ ਨੂੰ ਸਨਮਾਨ ਦੇਣ ਦੇ ਲਈ ਨਵੰਬਰ ਮਹੀਨੇ ਦੇ ਵਿੱਚ ਰਿਮੈਂਬਰੈਂਸ ਡੇ ਮਨਾਇਆ ਜਾਂਦਾ। ਪੌਪੀ ਦੇ ਫੁੱਲ ਲਗਾਏ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਪਰ ਫੌਜੀ ਸਿਰਫ ਤੇ ਸਿਰਫ ਕੈਨੇਡਾ ਇੰਗਲੈਂਡ ਦੇ ਵਿੱਚ ਨਹੀਂ, ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਜਵਾਨਾਂ ਨੇ ਇਹ ਦਿਖਾਇਆ ਕਿ ਦੇਸ਼ ਦੇ ਲਈ ਲੜਿਆ ਜਾ ਸਕਦਾ ਹੈ, ਦੇਸ਼ ਦੇ ਲਈ ਕੁਰਬਾਨੀ ਤੱਕ ਦੀ ਗੱਲ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਫੌਜੀ ਨੇ ਜਿਹੜੇ ਅੱਜ ਵੀ ਜਿੰਦਾ ਨੇ, ਜਿਹੜੇ ਅੱਜ ਵੀ ਸਾਡੇ ਲਈ ਮਿਸਾਲ ਬਣੇ ਹੋਏ ਨੇ। ਉਹਨਾਂ ਦੇ ਵਿੱਚੋਂ ਇੱਕ ਸਾਡੀ ਕਮਿਊਨਿਟੀ ਦੇ ਵਿੱਚੋਂ ਕੇਸਰ ਸਿੰਘ ਕੂਨਰ ਜੀ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਆਓ ਸਵਾਗਤ ਕਰਦੇ ਹਾਂ ਕੇਸਰ ਸਿੰਘ ਕੂਨਰ ਜੀ ਦਾ। ਕੇਸਰ ਸਿੰਘ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਇੱਥੇ ਸੱਦ ਕੇ ਮੌਕਾ ਦਿੱਤਾ। ਮੈਂ ਤੁਹਾਡੇ ਟੀਵੀ ਚੈਨਲ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਕੇਸਰ ਸਿੰਘ ਜੀ, ਤੁਹਾਡੇ ਮੈਂ ਪਹਿਲਾਂ ਮੈਡਲ ਦੇਖ ਰਹੀ ਸੀ, ਇਹ ਸਨਮਾਨ ਹੈ, ਇਹ ਯਾਦ ਹੈ ਜਦੋਂ ਤੁਸੀਂ ਸੇਵਾਵਾਂ ਦਿੰਦੇ ਹੁੰਦੇ ਸੀ। ਮੈਡਲਾਂ ਬਾਰੇ ਦੱਸੋ ਜੀ। ਇਹ ਜੀ ਮੇਰੇ ਜੋ ਮੈਡਲ ਨੇ 65 ਦੀ ਲੜਾਈ ਦੇ ਨੇ ਪਹਿਲਾਂ ਤਾਂ। ਅੱਛਾ ਜੀ, 65 ਦੀ। ਹਾਂ, ਤਾਂ 65 ਆਪਣੇ ਜਿਹੜੀ 1965 ਚ ਲੜਾਈ ਹੋਈ ਆ, ਜੀ। ਉਹ ਤੋਂ ਬਾਅਦ ਫਿਰ 71 ਦੀ ਲੜਾਈ ਹੈ, ਉਹਦੇ ਮੈਡਲ ਨੇ ਇਹ। ਉਹਦੇ ਵਿੱਚ ਫਿਰ ਮੈਂ ਪੁਲਿਸ ਸਪੈਸ਼ਲ ਡਿਊਟੀ ਮੈਡਲ ਇੱਕ ਮੈਨੂੰ ਮਿਲਿਆ ਹੋਇਆ ਜੀ, ਉਹ ਪਹਿਲਾਂ ਇੱਧਰ ਲੱਗਿਆ ਨਾਲ ਮੇਰੇ ਜੀ। ਤੇ ਬਾਕੀ JNK ਮੈਡਲ ਹੈ, JNK ਸਰਵਿਸ ਕਰਨ ਦਾ। ਇਹ ਸਾਨੂੰ ਸਨਮਾਨ ਵਜੋਂ ਸਰਕਾਰ ਦਿੰਦੀ ਆ ਜੀ। ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ। ਜਿਹੜੇ ਜਿਹੜੇ ਇਲਾਕਿਆਂ 'ਚ ਰਹਿੰਦੇ ਹਾਂ ਅਸੀਂ, ਉਹਨਾਂ ਇਲਾਕਿਆਂ ਦੇ ਵਿੱਚ ਸਰਕਾਰ ਮੈਡਲ ਦਿੰਦੀ ਆ, ਔਰ ਉਹ ਸਾਨੂੰ ਬੜੇ ਕਈ 15 ਅਗਸਤ 26 ਜਨਵਰੀ ਦੇ ਮੌਕਿਆਂ 'ਤੇ ਲਾਉਣ ਦਾ ਮੌਕਾ ਮਿਲਦਾ ਹੈ। ਅਸੀਂ ਬੜੇ ਫਖਰ ਨਾਲ ਆਪਣੀ ਵਰਦੀ 'ਤੇ ਲਾਉਂਦੇ ਹਾਂ ਔਰ ਮਾਣ ਕਰਦੇ ਹਾਂ ਜੀ। ਬਿਲਕੁਲ। ਕੇਸਰ ਸਿੰਘ ਜੀ, ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਦਾਦਾ ਜੀ ਵੀ ਲੜਾਈ ਦੇ ਵਿੱਚ ਸੀ। ਅਸੀਂ ਜਦੋਂ ਪਹਿਲੀ ਜੰਗ ਕਹਿੰਦੇ ਹਾਂ, ਅਸੀਂ ਵਿਸ਼ਵ ਵਰਲਡ ਵਾਰ 1 ਕਹਿੰਦੇ ਹਾਂ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ। ਉਹਨਾਂ ਤੋਂ ਮੈਂ ਗੱਲਾਂ ਸੁਣਦਾ ਹੁੰਦਾ, ਕਹਾਣੀਆਂ। ਹਾਂਜੀ। ਤੇ ਉਹ ਮੈਸੋਪਟੋਮੀਆ 'ਚ ਰਹੇ। ਅੱਛਾ ਜੀ। ਉੱਥੇ ਵਰਲਡ ਵਾਰ 'ਚ ਲੜਾਈ ਲੜੀ। ਫਿਰ ਉਹ ਬਾਅਦ ਦੇ ਵਿੱਚ ਉਹਨਾਂ ਨੇ ਬੜਾ ਕੁਛ ਸਿਖਾਇਆ ਸਾਨੂੰ। ਉਹ ਦੱਸ ਦਿੰਦੇ ਸੀ ਕਈ ਵਾਰੀ ਘੋੜੇ ਵੱਢ ਕੇ ਵੀ ਖਾਣੇ ਪਏ। ਕਈ ਵਾਰੀ ਜਦ ਘੇਰਾ ਪੈ ਜਾਂਦਾ ਨਾ, ਆਸ ਵਿੱਚ ਹੀ ਘੇਰੇ ਪਲਟਣਾ ਕਰ ਜਾਂਦੇ ਨੇ ਕਈ ਮਹੀਨੇ। ਇਹ ਇੰਡੀਆ ਪਾਕ ਵਾਲੀ ਵਾਰ ਨਹੀਂ ਸੀ ਕਿ ਦਿਨਾਂ ਦੇ ਵਿੱਚ ਹੀ ਫੈਸਲਾ ਹੁੰਦਾ। ਇਹ ਤੁਹਾਡੇ ਸਾਹਮਣੇ ਹੀ ਹੈ। ਪਹਿਲੀ ਵਰਲਡ ਵਾਰ ਜਿਹੜੀ 1914 'ਚ ਸ਼ੁਰੂ ਹੋਈ, 1919 ਖਤਮ ਹੋਈ। ਦੇਖ ਲਓ ਜੀ। ਬਿਲਕੁਲ। ਕਿੰਨਾ ਟਾਈਮ ਲੱਗਿਆ। ਉਹ ਤੋਂ ਬਾਅਦ ਦੂਸਰੀ 1939 ਤੋਂ 45 ਖਤਮ ਹੋਈ ਜੀ। ਇਸ ਕਰਕੇ ਕਈ ਬਜ਼ੁਰਗ ਜਿਹੜੇ ਸਾਡੇ ਪਿੰਡਾਂ 'ਚ ਹੋਰ ਵੀ ਬਹੁਤ ਬਜ਼ੁਰਗ ਤੇ ਜਿਨ੍ਹਾਂ ਨੂੰ ਮੈਂ ਮਿਲਦਾ ਰਿਹਾ,
ਨਾਲ ਅਸੀਂ ਕਈ ਵਾਰੀ ਜਦ ਛੋਟੇ ਹੁੰਦੇ ਸੀ ਪਸ਼ੂ ਚਾਰਦੇ ਨੇ, ਸਾਡੇ ਤਾਂ ਪਸ਼ੂ ਚਾਰਦੇ ਉਹਨਾਂ ਤੋਂ ਅਸੀਂ ਫਿਰ ਪੁੱਛਣਾ ਬਾਬਾ ਜੀ ਸਾਨੂੰ ਗੱਲਬਾਤ ਸੁਣਾਓ ਜੀ। ਉਹਨਾਂ ਜ਼ਮਾਨਿਆਂ 'ਚ ਪੈਨਸ਼ਨ ਵੀ ਥੋੜੀ ਸੀ, ਹੌਲਦਾਰ ਤੱਕ ਉਹਨਾਂ ਨੂੰ 15 ਰੁਪਏ 5 ਰੁਪਏ ਹੋਈ, ਫਿਰ 15 ਰੁਪਏ ਪੈਨਸ਼ਨ ਲੈਂਦੇ ਰਹੇ ਨੇ ਉਹ ਪਹਿਲੀਆਂ 'ਚ। ਇੱਕ ਹੌਲਦਾਰ ਸਿਪਾਹੀ ਤੱਕ ਕੋਈ ਪੈਨਸ਼ਨ ਸੀ ਜੀ। ਤੇ ਉਹਨਾਂ ਨੇ ਸਾਨੂੰ ਫਿਰ ਬੜੀਆਂ ਗੱਲਾਂ ਸੁਣਾਉਣੀਆਂ, ਕਿੱਥੇ ਭਰਤੀ ਹੋਏ, ਕਿੱਥੇ ਟ੍ਰੇਨਿੰਗ ਹੋਈ, ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਭੇਜਿਆ ਗਿਆ। ਤੇ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਉਹ ਸਿੱਖ ਰੈਜੀਮੈਂਟ ਦਾ ਸਾਨੂੰ ਆਪਣੀ ਰੈਜੀਮੈਂਟ ਤੇ ਵੀ ਮਾਣ ਹੈ, ਬਾਕੀ ਮੈਨੂੰ ਸਾਰੀਆਂ ਰੈਜੀਮੈਂਟ ਦਾ ਹੀ ਮਾਣ ਹੈ ਜੋ ਇੰਡੀਅਨ ਦੀਆਂ ਰੈਜੀਮੈਂਟਾਂ ਨੇ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਕਿਸੇ ਦੇ ਮੇਰਾ ਫਰਜ਼ ਨਹੀਂ ਬਣਦਾ ਕਿਸੇ ਤੇ ਮੈਂ ਆਪਣੇ ਕਿਸੇ ਦੀ ਵੀ ਰੈਜੀਮੈਂਟ ਨੂੰ ਪ੍ਰੰਤੂ ਕਰਾਂ। ਉਹ ਸਾਰੀ ਆਪਣੀ ਆਪਣੀ ਜਗ੍ਹਾ, ਹਰ ਜਗ੍ਹਾ, ਚਾਹੇ ਗੋਰਖੇ ਨੇ, ਚਾਹੇ ਰਾਜਪੂਤ ਨੇ, ਚਾਹੇ ਜਾਟ ਨੇ, ਹਰ ਰੈਜੀਮੈਂਟ ਆਪਣੀ ਆਪਣੀ ਜਗ੍ਹਾ ਤੇ ਹੈ। ਬਿਲਕੁਲ ਆਪਣੇ ਦੇਸ਼ ਦੇ ਲਈ ਲੜਦੇ ਨੇ, ਆਪਣੇ ਇਨਸਾਨਾਂ ਦੇ ਲਈ ਲੜਦੇ ਨੇ, ਆਪਣੇ ਦੇਸ਼ ਦੇ ਜੋ ਵੱਧ ਤੋਂ ਵੱਧ ਖੂਨ ਡੋਲਦੇ ਨੇ ਔਰ ਵੱਧ ਤੋਂ ਵੱਧ ਕੁਰਬਾਨੀ ਕਰਦੇ ਨੇ। ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਕਿਸੇ ਬਾਰੇ ਵੀ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ। ਅਸੀਂ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਇੱਥੇ ਦੇਖਦੇ ਹਾਂ ਕਿ ਰਿਮੈਂਬਰੈਂਸ ਡੇ ਮਨਾਇਆ ਜਾਂਦਾ। ਹੁਣ ਨਵੰਬਰ ਦੇ ਮਹੀਨੇ ਅਸੀਂ ਦੇਖਦੇ ਹਾਂ ਕਿ ਹਰ ਕੋਈ ਪੌਪੀ ਦਾ ਫੁੱਲ ਲਗਾ ਕੇ ਫਿਰਦਾ ਹੁੰਦਾ, ਹਰ ਕੋਈ ਜਿਹੜਾ ਆ ਉਹ ਡੋਨੇਸ਼ਨਸ ਦਿੰਦਾ ਉਹਨਾਂ ਨੂੰ, ਉਹਨਾਂ ਪਰਿਵਾਰਾਂ ਨੂੰ ਜਿਹੜੇ ਅੱਜ ਵੀ ਜੰਗ ਦੇ ਜ਼ਖਮ ਜਿਹੜੇ ਉਹਨਾਂ ਦੇ ਤਾਜ਼ੇ ਹੋ ਜਾਂਦੇ ਨੇ ਇਹ ਗੱਲਾਂ ਸੁਣ ਕੇ, ਪਰ ਉਹ ਮਾਣ ਵੀ ਮਹਿਸੂਸ ਕਰਦੇ ਨੇ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਸ਼ਹੀਦ ਜਿਹੜੇ ਨੇ ਉਹਨਾਂ ਜੰਗਾਂ ਦੇ ਵਿੱਚ ਹੋ ਗਏ, ਉਹਨਾਂ ਦੇ ਪਰਿਵਾਰ ਅੱਜ ਵੀ ਫਖਰ ਮਹਿਸੂਸ ਕਰਦੇ ਆ। ਇੱਥੇ ਸਾਨੂੰ ਐਂ ਮਹਿਸੂਸ ਹੁੰਦਾ ਹੈ, ਇੱਥੇ ਆ ਕੇ ਵੀ ਸਾਨੂੰ ਉਨਾ ਹੀ ਮਾਣ ਦਿੰਦਾ ਕੈਨੇਡਾ ਗੌਰਮੈਂਟ ਆ ਜਿਹੜੀ। ਮੈਂ ਕੈਨੇਡਾ ਗੌਰਮੈਂਟ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇੱਥੇ ਆ ਕੇ ਜੇ ਮੈਂ ਕੰਮ ਵੀ ਕਰਿਆ 10 ਸਾਲ ਤਾਂ ਮੈਂ ਆਪਣੇ ਪੇਟ ਲਈ ਕੰਮ ਕਰਿਆ ਆ ਕੇ ਜੀ, ਪਰ ਇਹਨਾਂ ਨੇ ਸਾਨੂੰ ਪੂਰਾ ਮਾਣ ਸਤਿਕਾਰ ਔਰ ਪੈਨਸ਼ਨ ਕੰਨਿਓ ਵੀ ਕਿਸੇ ਚੀਜ਼ ਦੀ ਕੋਈ ਕਮੀ, ਇੱਕ ਨਵੇਂ ਪੈਸੇ ਦੀ ਰਹਿਤ ਨਹੀਂ ਕਰਦੀ। ਚਾਹੇ ਸਰਕਾਰਾਂ ਤਾਂ ਬਦਲਦੇ ਰਹਿੰਦੀਆਂ ਨੇ, ਪਰ ਸਰਕਾਰ ਨੇ ਸਾਡੇ ਜਿੰਨੇ ਵੀ ਅਸੀਂ ਪੈਨਸ਼ਨਦਾਰ ਹਾਂ ਇੱਥੇ ਵੀ ਸਾਡਾ ਪੂਰਾ ਧਿਆਨ ਰੱਖਦੀ ਆ ਹਰ ਕੰਮ ਦੇ ਵਿੱਚ। ਕਿਤੇ ਕਿਸੇ ਦਫ਼ਤਰ ਚਲੇ ਜਾਈਏ ਬੜੇ ਸਤਿਕਾਰ ਨਾਲ ਸਾਨੂੰ ਇੱਜ਼ਤ ਨਾਲ ਬੜਾ ਸਨਮਾਨ ਦਿੰਦੇ ਨੇ। ਔਰ ਮੈਂ ਇਸ ਕਰਕੇ ਕੈਨੇਡਾ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਲਈ ਇੰਨਾ ਇਹ ਕੰਮ ਕਰਦੀ ਹੈ ਇੰਡੀਅਨ ਲੋਕਾਂ ਵਾਸਤੇ। ਅੱਛਾ ਕੇਸਰ ਸਿੰਘ ਜੀ, ਜਦੋਂ ਤੁਸੀਂ ਆਪਣੇ ਦਾਦਾ ਜੀ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ ਕਿ ਇਸ ਤਰ੍ਹਾਂ ਦੇ ਨਾਲ ਹੁੰਦਾ ਸੀ, ਘੋੜੇ ਵੱਢ ਕੇ ਖਾਣੇ ਪਏ, ਕਿੰਨੇ ਜਿਹੜੇ ਬੁਰੇ ਹਾਲਾਤਾਂ ਦੇ ਵਿੱਚੋਂ ਲੰਘਣਾ ਪਿਆ, ਤੇ ਉਦੋਂ ਡਰ ਨਹੀਂ ਲੱਗਿਆ ਵੀ ਮੈਂ ਫੌਜ 'ਚ ਨਹੀਂ ਜਾਣਾ, ਉੱਥੇ ਤਾਂ ਬਹੁਤ ਬੁਰੇ ਹਾਲਾਤ ਹੁੰਦੇ ਆ? ਇਹ ਦੇਖੋ, ਜਦ ਬੰਦਾ ਭਰਤੀ ਹੋ ਜਾਂਦਾ, ਭਰਤੀ ਹੋਣ ਤੋਂ ਬਾਅਦ ਕੁਦਰਤੀ ਸਾਡਾ ਖਿਆਲ ਹੀ ਉਸ ਪਾਸੇ, ਸਾਡੀ ਲਗਨ ਮਰੋ ਔਰ ਮਾਰੋ, ਉਸ ਪਾਸੇ ਨੂੰ ਸਾਡਾ ਧਿਆਨ ਜਾਂਦਾ ਹੈ। ਫਿਰ ਕੁਦਰਤ ਕੰਨਿਓ ਜਿਹੜੀ ਆਪਣੀ ਕੌਮ ਹੈ ਇਹ ਮਾਰਸ਼ਲ ਰੇਸ ਹੈ, ਇਹ ਅੱਜ ਤੋਂ ਨਹੀਂ ਲੜਦੀ ਆ ਰਹੀ, ਤੁਹਾਡੇ ਸਾਹਮਣੇ ਹੀ ਹੈ ਪੂਰਾ। ਮੈਂ ਜੇ ਪੂਰੀ ਹਿਸਟਰੀ ਦਿਖਾਵਾਂ ਤਾਂ ਬੜਾ ਟਾਈਮ ਲੱਗੂ। ਤੁਸੀਂ ਦੇਖ ਲਓ ਕਿ ਜਾਤੇ ਵੀ ਇੱਕ ਕਿਸਮ ਦੀ ਇਹ ਸਾਜੀ ਹੈ, ਖਾਲਸਾ ਸਾਜਿਆ ਗਿਆ। ਉਸ ਦਿਨ ਤੋਂ ਹੀ ਜੰਗਾਂ ਯੁੱਧਾਂ 'ਚ ਹੀ ਇਹਦਾ ਘੋੜਿਆਂ ਦੀਆਂ ਕਾਠੀਆਂ ਤੇ ਸਭ ਕੁਝ ਲੰਘਿਆ। ਇਹਨਾਂ ਦੇ ਜਿਹੜੇ ਕਰਤੇ ਉਹ ਘੋੜਿਆਂ ਦੀਆਂ ਕਾਠੀਆਂ ਤੇ ਜੀ, ਔਰ ਇਹਨਾਂ ਨੇ ਸਭਾ ਜਿਵੇਂ ਕਹਿੰਦੇ ਹੋ ਨਾ, ਮੱਠੀ ਮੁੱਠੀ ਛੋਲੇ ਚੱਬ ਕੇ ਗੁਜ਼ਾਰਾ ਕਰਿਆ, ਪਰ ਦੁਸ਼ਮਣ ਦੀ ਈਨ ਨਹੀਂ ਮੰਨੀ। ਲੜਾਈ ਦੇ ਮੈਦਾਨ 'ਚ ਵੀ ਇਹਨਾਂ ਨੇ, ਇੱਥੇ ਵੀ ਨਹੀਂ, ਬਾੜਵਾਰ ਦੇ ਵਿੱਚ ਵੀ, ਪਹਿਲੀ 'ਚ ਦੂਸਰੀ 'ਚ ਵੀ। ਜੇ ਤੁਹਾਨੂੰ ਮੈਂ ਦੋਨਾਂ ਜੰਗਾਂ ਦਾ ਇਤਿਹਾਸ ਦੱਸਦਾ, 80,000 ਬੰਦਾ ਸ਼ਹੀਦ ਹੋਇਆ, 1 ਲੱਖ ਬੰਦਾ ਜ਼ਖਮੀ ਹੋਇਆ ਜੀ। ਕਈ ਬੱਚੇ, ਕਈ ਨੌਜਵਾਨ ਜਦ ਭਰਤੀ ਹੋ ਗਏ ਉਹ ਮੁੜ ਕੇ ਘਰ ਨਹੀਂ ਪਹੁੰਚ ਸਕੇ, ਉਹਨਾਂ ਦੇ ਬੱਚਿਆਂ ਨੇ ਜਾਂ ਉਹਨਾਂ ਦੀ ਵਾਈਫ ਨੇ ਉਹਨਾਂ ਦਾ ਮੂੰਹ ਨਹੀਂ ਦੇਖਿਆ। ਤੁਸੀਂ ਦੇਖੋ ਕਿ ਉਹ ਪਰਿਵਾਰਾਂ ਤੇ ਕੀ ਬੀਤਦੀ ਹੋਊਗੀ ਜੀ। ਬਿਲਕੁਲ। ਇਹਨਾਂ ਦਾ ਨੌਜਵਾਨ ਪੁੱਤ ਲੜਾਈ ਚਲਾ ਗਿਆ, ਮੁੜ ਕੇ ਘਰ ਨਹੀਂ ਆਇਆ, ਔਰ ਉਹ ਬੱਚਿਆਂ ਦੀ ਮਮਤਾ ਤੇ ਮਾਵਾਂ ਤੇ ਕੀ ਬੀਤਦਾ ਹੋਊ ਔਰ ਬੱਚਿਆਂ ਤੇ ਕੀ ਬੀਤਦਾ ਹੋਊ। ਕੇਸਰ ਸਿੰਘ ਜੀ ਦੇਖੋ, ਉਹਨਾਂ ਦੇ ਹੌਸਲੇ, ਉਹ ਮਾਵਾਂ ਦੇ, ਉਹ ਪਤਨੀਆਂ ਦੇ, ਕਿ ਜਿਨ੍ਹਾਂ ਦਾ ਇੱਕ ਇਨਸਾਨ, ਇੱਕ ਘਰ ਦਾ ਸ਼ਖਸ ਜਿਹੜਾ ਮੁੜਿਆ ਨਹੀਂ, ਪਰ ਫਿਰ ਵੀ ਉਹ ਤਿਆਰ ਹੁੰਦੀਆਂ ਨੇ ਕਿ ਸਾਡਾ ਪੁੱਤਰ ਵੱਡਾ ਹੋਊਗਾ, ਉਹਨੂੰ ਫਿਰ ਜੰਗ 'ਚ ਭੇਜ ਦੇਣਾ। ਹਾਂਜੀ, ਬਹੁਤ ਮਿਸਾਲਾਂ ਨੇ। ਜੇ ਪਿਤਾ ਫੌਜ ਦੇ ਸ਼ਹੀਦ ਹੋਏ ਤਾਂ ਲੜਕਾ ਵੀ ਭਰਤੀ ਹੋਇਆ। ਉਹਨਾਂ ਨੇ ਬਹੁਤ ਕੁਰਬਾਨੀਆਂ ਕਰੀਆਂ ਨੇ। ਮੇਰੇ ਨਾਨਕਿਆਂ ਦੇ ਵਿੱਚ ਪਰਿਵਾਰ ਹੈ, ਮੈਂ ਉਹਦਾ ਨਾਮ ਲੈ ਹੀ ਦਿੰਦਾ ਹੁਣ ਜਦ ਤੁਸੀਂ ਪੁੱਛਣ ਲੱਗੇ। ਉਹ ਸਿਪਾਹੀ ਭਰਤੀ ਹੋਏ ਤੇ ਸਰਦਾਰ ਸੱਜਾ ਸਿੰਘ ਜੀ ਕਲੇਰ, ਹਾਂਜੀ, ਤੇ ਸਿਪਾਹੀ ਭਰਤੀ ਹੋਣ ਤੋਂ ਬਾਅਦ ਉਹ ਫਿਰ ਕੈਪਟਨ ਤੋਂ ਰਿਟਾਇਰ ਹੋਏ। ਉਹਨਾਂ ਦੇ 4 ਲੜਕੇ ਆਰਮੀ 'ਚ, ਜਿਨ੍ਹਾਂ ਦੇ ਵਿੱਚੋਂ ਬੜੇ ਲੜਕੇ ਤਾਂ ਬਾਰਡਵਾਰ 'ਚ ਉਹਨਾਂ ਨੂੰ TB ਹੋ ਗਈ ਸੀ, ਮੈਡੀਕਲ ਤੋਂ ਰਿਟਾਇਰ ਹੋ ਗਏ। ਉਹ ਤੋਂ ਬਾਅਦ ਉਹਨਾਂ ਦੇ 2 ਲੜਕੇ, 2 ਭਰਾ, ਇੱਕ ਲੜਕਾ ਲੈਫਟੀਨੈਂਟ ਜਨਰਲ ਗੁਰਦੇਵ ਸਿੰਘ ਕਲੇਰ, ਦੂਸਰੇ ਦਾ ਨਾਮ ਹਰਦੇਵ ਸਿੰਘ ਕਲੇਰ ਜਿਹੜਾ ਬੰਗਲਾਦੇਸ਼ ਦਾ ਹੀਰੋ ਵੱਜਦਾ ਹੈ। ਔਰ ਉਹਨਾਂ ਨੂੰ ਹਰਦੇਵ ਸਿੰਘ ਕਲੇਰ ਵੀ 3-4 ਸਾਲ ਹੋ ਗਏ ਅਮਰੀਕਾ 'ਚ ਚੜ੍ਹਾਈ ਕਰਕੇ ਆਪਣੀ ਲੜਕੀ ਕੋ। ਤੇ ਇੱਥੇ ਕਰਨਲ ਜੌਲ ਸਾਹਿਬ ਸੀਗੇ, ਬੜੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ, ਚੜ੍ਹਾਈ ਕਰਕੇ ਉਹਨਾਂ ਦੇ ਉਹ ਮਿੱਤਰ ਤੇ।
ਤੇ ਹੁਣ ਤੁਸੀਂ ਹਿਸਾਬ ਲਾ ਲਓ, ਗਾਂ ਉਹਨਾਂ ਦੇ ਭਤੀਜੇ ਦੋ, ਇੱਕ 에ਅਰ ਮਾਰਸ਼ਲ, ਇੱਕ ਕਮਾਂਡ ਇੰਚਾਰਜ ਤੋਂ ਲੈਫਟੀਨੈਂਟ ਜਨਰਲ ਤੋਂ ਰਿਟਾਇਰ ਹੋਇਆ। ਉਹ ਪਰਿਵਾਰ 'ਚ ਦੇਖ ਲਓ ਕਿੰਨੇ। ਬਾਕੀ ਉਹਨਾਂ ਦਾ ਇੱਕ ਭਰਾ ਆਪਣੇ ਗੋਰਖਾ ਰੈਜੀਮੈਂਟ 'ਚ ਕਰਨਲ ਰਿਟਾਇਰ ਹੋਇਆ। ਸਾਰੀ ਫੈਮਿਲੀ ਉਹਨਾਂ ਦਾ ਪਿਛਲਾ 300 ਸਾਲਾ ਪੁਰਾਣਾ ਰਿਕਾਰਡ ਹੈ। ਪਿੱਛੋਂ 300 ਸਾਲ ਤੋਂ ਉਹਨਾਂ ਨੇ ਪਰਿਵਾਰ ਸੇਵਾ ਕਰਦੇ ਆਰਮੀ ਦੇ। ਹੁਣ ਤੁਸੀਂ ਇੱਕ ਪਰਿਵਾਰ ਦੀ ਕਿੰਨੀ ਬੜੀ ਦੇਣ ਹੈ ਜੀ। ਬਿਲਕੁਲ, ਦੇਖੋ ਤੇ ਕਿੰਨੇ ਪਰਿਵਾਰ ਨੇ ਜਿਹੜੇ ਸਿਰਫ ਤੇ ਸਿਰਫ ਇਹ ਸੋਚਦੇ ਨੇ ਕਿ ਅਸੀਂ ਦੇਸ਼ ਨੂੰ ਦੀ ਰੱਖਿਆ ਕਰਨੀ ਹੈ, ਅਸੀਂ ਦੇਸ਼ ਵਾਸੀਆਂ ਦੀ ਰੱਖਿਆ ਕਰਨੀ ਹੈ। ਪਰ ਕੇਸਰ ਸਿੰਘ ਜੀ, ਹੁਣ ਕੀ ਹਾਲਾਤ ਨੇ? ਹੁਣ ਬਹੁਤ ਘੱਟ ਭਰਤੀਆਂ ਹੁੰਦੀਆਂ ਨੇ। ਦੇਖੋ, ਘੱਟ ਭਰਤੀ ਨਹੀਂ ਹੁੰਦੇ। ਜਦ ਤੇ ਸਾਡਾ ਕੋਟਾ ਘਟਿਆ, ਸਾਡਾ ਰੁਝਾਨ ਫੌਜ ਕੰਨੀ ਘਟ ਗਿਆ। ਭਰਤੀ ਅਸੀਂ ਉਨੇ, ਸਾਡੇ ਲੋਕਾਂ ਦੇ ਦਿਲ 'ਚ ਉਨਾ ਹੀ ਚਾਅ ਹੈ, ਉਨਾ ਹੀ ਮਾਣ ਹੈ। ਜੇ ਸਰਕਾਰਾਂ ਸਾਡੇ ਲਈ ਭਰਤੀ ਦਾ ਕੋਟਾ ਵਧਾ ਦੇਣਗੇ ਤਾਂ ਭਰਤੀ ਵੱਧ ਹੋਵਾਂਗੇ। ਜਿੰਨਾ ਸਾਨੂੰ ਕੋਟਾ ਹੈ, ਅਸੀਂ ਉਸ ਹਿਸਾਬ ਦੇ ਨਾਲ ਅਸੀਂ ਪੀੜ੍ਹੀ ਦਰ ਪੀੜ੍ਹੀ ਫੌਜ ਦੀ ਸੇਵਾ ਕਰ ਰਹੇ ਹਾਂ। ਕੋਈ ਐਸੀ ਕੋਈ ਇਹ ਨਹੀਂ ਗੱਲ ਨਹੀਂ ਕਿ ਅਸੀਂ ਭਰਤੀ ਹੋਣ ਤਿਆਰ ਨਹੀਂ। ਭਰਤੀ ਸਾਡੀ ਉਈਓ ਘਟ ਗਿਆ, ਸਾਡਾ ਕੋਟਾ ਹੀ। ਹੁਣ ਤੁਸੀਂ ਦੇਖੋ ਨਾ ਵੀ 22% ਤੋਂ 12%, 12% ਤੋਂ 1% ਰਹਿ ਗਿਆ। ਜੇ 100 ਬੰਦਾ ਭਰਤੀ ਕਰਨਾ, ਸਾਡਾ ਇੱਕ ਬੰਦਾ ਭਰਤੀ ਹੋਣਾ। ਬਿਲਕੁਲ, ਗੱਲ ਤਾਂ ਇਹ ਹੈ ਨਾ, ਇੱਥੇ ਆ ਕੇ ਖੜਦੀ ਹੈ ਗੱਲ। ਅਸੀਂ, ਸਾਡੀ ਸਰਕਾਰ ਮੰਗ ਕਰਦੀ ਹੈ, ਪਿੱਛੇ ਵੀ ਕਰੀ ਦੀ ਪੰਜਾਬ ਸਰਕਾਰ ਨੇ, ਵੀ ਸਾਡਾ ਭਰਤੀ ਦਾ ਕੋਟਾ ਵਧਾਇਆ ਜਾਵੇ। ਜੀ ਬਿਲਕੁਲ। ਜਿਵੇਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਅਜੇ ਵੀ ਉੱਥੇ ਬਾਰਡਰ ਦੇ ਉੱਤੇ ਨੇ, ਤਾਂ ਕਿ ਲੋਕ ਸੁਰੱਖਿਅਤ ਰਹਿਣ, ਲੋਕ ਚੈਨ ਦੀ ਨੀਂਦ ਸੌਂ ਲੈਣ। ਆਪ ਕਿੰਨਾ ਕਿੰਨਾ ਚਿਰ ਸੌਂਦੇ ਨਹੀਂ। ਤੁਸੀਂ ਦੇਖੋ ਕਿ ਠੰਡ ਹੋਵੇ, ਗਰਮੀ ਹੋਵੇ, ਉਹਨਾਂ ਕਈਆਂ ਦੀ ਬਾਰਡਰ ਦੇ ਉੱਤੇ ਡਿਊਟੀ ਹੈ ਤੇ ਉੱਥੇ ਹੀ ਤੈਨਾਤ ਰਹਿੰਦੇ ਆ। ਬਾਰਡਰ ਦੇ ਲੋਕਾਂ ਦੇ ਹੌਸਲੇ ਬੜੇ ਬੁਲੰਦ ਨੇ। ਮੈਂ 12 ਸਾਲ JNK ਦੇ ਬਾਰਡਰ ਤੇ ਰਿਹਾ। ਨਾਲ ਪਿੰਡ ਸੀਗੇ ਸਾਡੇ, ਆਪਣੀ ਕਮਿਊਨਿਟੀ ਦੇ ਪਿੰਡ ਵੀ ਨੇ, ਰਾਜਪੂਤ ਵੀ ਨੇ, ਜਾਟਾਂ ਦੇ ਪਿੰਡ ਵੀ ਨੇ, ਜਾਟ ਸਰਦਾਰਾਂ ਦੇ ਪਿੰਡ ਵੀ ਨੇ। ਨਾਲ ਬਾਰਡਰ ਦੇ ਪਿੰਡ ਨੇ, ਬਿਲਕੁਲ ਬਾਰਡਰ ਦੇ ਨਾਲ ਹੀ ਚੱਲਦੇ ਨੇ। ਫਲਾਂਗ ਤੇ ਪਿੱਛੇ ਮੂਹਰੇ ਚੌਂਕੀਆਂ ਪਿੱਛੇ ਪਿੰਡ ਨੇ ਜੀ। ਉਹਨਾਂ ਦੇ ਲੋਕਾਂ ਦੇ ਬੜੇ ਹੌਸਲੇ ਬੁਲੰਦ ਨੇ। ਪਰ ਜਿਵੇਂ ਆਪਾਂ ਕਹਿੰਦੇ, ਲੜਾਈ 'ਚ ਘਰ-ਬਾਰ ਛੱਡਣਾ ਬੜਾ ਔਖਾ ਹੁੰਦਾ ਹੈ। ਤੇ ਆਪਾਂ ਇੱਕ ਵਾਰੀ ਉੱਜੜ ਜਾਈਏ, ਦੁਬਾਰਾ ਪੈਰ ਲਾਉਣੇ ਬੜੇ ਔਖੇ ਹੋ ਜਾਂਦੇ। ਪਰ ਉਹਨਾਂ ਲੋਕਾਂ ਦੇ ਹੌਸਲੇ ਨੂੰ ਮੈਂ ਬੜੀ ਭਾਰੀ ਦਾਤ ਦਿੰਦਾ ਕਿ ਉਹਨਾਂ ਨੇ ਕਦੇ ਹੌਸਲਾ ਨਹੀਂ ਛੱਡਿਆ। ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਉਹ ਪੂਰੀ ਮਦਦ ਕਰਦੇ। ਅੱਛਾ, ਲੋਕਾਂ ਦਾ ਸਾਥ ਜਿਵੇਂ ਜਿਵੇਂ ਕਹਿ ਦਿੰਦੇ ਸੀ ਕਿ ਕਈ ਵਾਰੀ ਹੁਣ ਉੱਥੇ ਫੌਜੀ ਜਿਹੜੇ ਨੇ, ਉਹ ਕਹਿ ਸਕਦੇ ਕਿ ਉੱਥੇ ਇੱਕ ਟਾਈਮ ਦੇ ਉੱਤੇ ਨਹੀਂ ਹੁੰਦੇ, ਕਦੇ ਕੋਈ ਟਰਾਂਸਫਰ ਹੋ ਜਾਂਦਾ, ਕਦੇ ਕੋਈ ਆ ਜਾਂਦਾ, ਤੇ ਲੋਕ ਉੱਥੇ ਬਹੁਤ ਵਧੀਆ ਤਰੀਕੇ ਨਾਲ ਸਾਥ ਦਿੰਦੇ ਆ। ਲੋਕ ਬੜੇ, ਮੈਂ ਲੋਕਾਂ ਦੇ ਤੁਹਾਨੂੰ ਦੱਸਿਆ ਵੀ ਹੌਸਲੇ ਦੀ ਦਾਤ ਦਿੰਦਾ, ਬੜੇ ਮਿਲਣਸਾਰ, ਬਹੁਤ ਵਧੀਆ ਲੋਕ, ਔਰ ਸਾਡੀ ਪੂਰੀ ਮਦਦ ਕਰਨ ਵਾਲੇ। ਪੈਣ ਦੇ ਵਿੱਚ ਦੇਖੋ, ਬਾਰਡਰ ਦੇ ਉੱਤੇ ਪੈਣ ਦੀ ਲੜਾਈ 'ਚ ਮੈਂ ਫਾਜ਼ਿਲਕਾ ਬੰਗਲੇ ਸੀ। ਤੁਸੀਂ ਮੰਨਣਾ ਨਹੀਂ, ਪਿੰਡਾਂ 'ਚੋਂ ਸਾਨੂੰ ਰੋਟੀ ਬਣ ਕੇ ਆਉਂਦੀ ਸੀ, ਸਿਰ ਤੇ ਚੱਕ ਕੇ ਲਿਆਉਣਾ। ਇੱਕ 12 ਸਾਲ ਦਾ ਬੱਚਾ ਸੀ, ਮੈਂ ਕਹਿੰਦਾ ਨਾਲ ਲੈ ਕੇ ਆਇਆ ਕਰੋ। ਉਹਦੇ ਇੰਨਾ ਜਨੂਨ ਸੀ, ਉਹਨੂੰ ਬਥੇਰਾ ਰੋਕਦੇ ਸੀ, ਉਹ ਨਾਲ ਆਉਂਦਾ ਸੀ ਟੋਕਰੀ ਚੱਕ ਕੇ ਸਿਰ ਤੇ ਜੀ। ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ, ਬੱਚੇ ਨੂੰ ਨਾਲ ਲੈ ਕੇ ਆਇਆ ਕਰੋ, ਬੜਾ ਪਿਆਰਾ ਬੱਚਾ ਹੈ। ਉਹ ਕਹਿੰਦਾ ਨਹੀਂ, ਮੈਂ ਨਹੀਂ ਡਰਦਾ ਜੀ। ਦੇਖੋ ਉਹਦਾ ਕਿੱਡਾ ਬੜਾ ਹੌਸਲਾ, ਉਹ 12 ਸਾਲ ਦੇ ਬੱਚੇ ਦਾ। ਕਈ ਵਾਰੀ ਹੁਣ ਮੇਰੇ ਦਿਲ 'ਚ ਆਉਂਦਾ ਕਿ ਮੈਂ ਉਹਨਾਂ ਇਲਾਕਿਆਂ 'ਚ ਫਿਰ ਜਾ ਕੇ ਘੁੰਮਾਂ, ਉਹਨਾਂ ਲੋਕਾਂ ਨੂੰ ਮਿਲ ਕੇ। ਮੇਰੀਆਂ ਉਹਨਾਂ ਜੈਸੇ ਉੱਥੇ ਜਿੱਥੇ ਬੰਦਾ ਰਹਿੰਦਾ ਹੈ, ਉਹ ਲੋਕਾਂ ਦੇ ਨਾਲ ਕੁਦਰਤੀ ਅਟੈਚ ਹੋ ਜਾਂਦਾ। ਬਿਲਕੁਲ। ਕਦੇ ਕਿਤੇ ਹੋਰ ਏਰੀਆ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤੁਹਾਨੂੰ? ਮੈਨੂੰ ਬੜੀ ਯਾਦ ਆਉਂਦੀ ਹੈ। ਇੱਕ ਦੋ ਵਾਰੀ ਮੈਂ ਇੱਥੋਂ ਇੰਡੀਆ ਤੋਂ ਜਾ ਕੇ ਵੀ ਮਿਲ ਕੇ ਆਇਆ। ਹੁਣ ਵੀ ਮੇਰੇ ਦਿਲ 'ਚ ਯਾਦ ਹੈ, ਕਈ ਬੱਚੇ ਪੜ੍ਹਨ ਤੋਂ ਬਾਅਦ, ਮੈਟਰ ਕਰਨ ਤੋਂ ਬਾਅਦ ਫੌਜ ਭਰਤੀ ਹੋ ਗਏ। ਕਈ 71 ਦੀ ਭਰਤੀ ਹੋਣ ਤੋਂ ਬਾਅਦ 71 ਦੀ ਲੜਾਈ ਸ਼ਹੀਦ ਹੋਏ ਨੇ ਨਾ ਪਿੰਡਾਂ ਦੇ ਬੱਚੇ, ਮੈਨੂੰ ਯਾਦ ਆ ਹੁਣ ਤੱਕ। ਇੱਕ ਦੋ ਲੈਫਟੀਨੈਂਟ ਵੀ ਸ਼ਹੀਦ ਹੋਏ ਨੇ ਉਹਨਾਂ ਪਿੰਡਾਂ ਦੇ ਭਰਤੀ ਹੋ ਜੀ। JNK ਦੇ ਨਾਲ ਰਾਮਗੜ੍ਹ ਦਾ ਸੈਕਟਰ ਬੜਾ ਮਸ਼ਹੂਰ ਹੋਇਆ। ਬਸੰਤਰ ਦੀ ਲੜਾਈ ਇੱਥੇ ਬੜੀ ਤਕੜੀ ਹੋਈ ਆ। 71 ਦੀ ਲੜਾਈ ਟੈਂਕ ਭਿੜੇ ਨੇ। ਤੁਸੀਂ ਕਿੰਨੇ ਸਾਲ ਸੇਵਾਵਾਂ ਨਿਭਾਈਆਂ ਜੀ? ਹਾਂਜੀ, ਕਿੰਨੇ ਸਾਲ ਸੇਵਾਵਾਂ ਨਿਭਾਈਆਂ ਤੁਸੀਂ ਫੌਜ ਦੇ ਵਿੱਚ? ਕਿੰਨੇ ਸਾਲ ਰਹੇ ਆ ਤੁਸੀਂ? ਮੈਡੀਕਲ ਤੋਂ ਮੈਂ 13 ਸਾਲ ਸਰਵਿਸ ਕਰੀ ਹੈ। ਮੈਂ ਮੈਡੀਕਲ ਤੋਂ ਗਰਾਊਂਡ ਤੋਂ, ਮੈਡੀਕਲ ਤੋਂ ਰਿਟਾਇਰ ਜੀ। ਅੱਛਾ ਕੇਸਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਫੌਜ ਦੇ ਵਿੱਚ ਰਹਿਣਾ ਸੌਖਾ ਨਹੀਂ, ਤੁਸੀਂ ਦੱਸ ਰਹੇ ਸੀ ਕਿ ਕੰਨ ਜਿਹੜਾ ਮੇਰਾ ਇੱਕ ਬੰਬ ਫਟਣ ਕਰਕੇ ਹੋ ਗਿਆ ਸੀ, ਉਹਦੇ ਬਾਰੇ ਦੱਸੋ ਕਿ ਕਿੰਨਾ ਔਖਾ ਉੱਥੇ ਜਦੋਂ ਬੰਬ ਚੱਲ ਰਹੇ ਹੋਣ, ਗੋਲੀਆਂ ਚੱਲ ਰਹੀਆਂ ਹੋਣ? ਕੋਈ ਔਖਾ ਨਹੀਂ। ਜਦ ਵਾਹਿਗੁਰੂ ਅੰਗ ਸੰਗ ਹੈ, ਕੁਦਰਤ ਮਦਦ ਕਰਦੀ ਹੈ। ਫਿਰ ਜਿਵੇਂ ਤੁਸੀਂ ਕਹਿੰਦੇ ਹੋ, ਆਪਣੇ ਖਾਲਸਾ ਕਮਿਊਨਿਟੀ ਜਨਮ ਦਾ ਲਿਆ, ਫਿਰ ਡਰਨਾ ਕੀ ਹੈ ਮਰਨ ਤੋਂ? ਖਾਲਸਾ ਕਦੇ ਮਰਨ ਤੋਂ ਡਰਦਾ ਨਹੀਂ। ਵਰਲਡ ਵਾਰ ਦੇ ਵਿੱਚ ਦੋਨਾਂ 'ਚ ਹੀ ਖਾਲਸਿਆਂ ਦਾ ਰਿਕਾਰਡ ਹੈ ਜੀ। ਔਰ ਜਿਹੜੇ ਮੋਰਚੇ ਤੇ ਵੀ, ਜਿੱਥੇ ਵੀ ਮੋਰਚੇ ਨਾ, ਜਿੰਨੇ ਇਹਨਾਂ ਨੇ ਮੈਸੋਪਟੋਮੀਆ, ਫਰਾਂਸ, ਬੈਲਜੀਅਮ ਨੂੰ ਜਰਮਨ ਖਾ ਜਾਂਦਾ, ਇੱਕ ਕਿਸਮ ਦਾ ਖਤਮ ਕਰ ਦਿੰਦਾ।
ਪਰ ਸਾਡੇ ਬਹਾਦਰ ਯੋਧਿਆਂ ਨੇ ਜਰਮਨ ਨੂੰ ਚਨੇ ਚਵਾਤੇ, ਨੱਕ 'ਚ ਦਮ ਕਰਤਾ ਬੈਲਜੀਅਮ ਦੇ ਏਰੀਏ 'ਚ ਐਪਰ ਦੀ ਲੜਾਈ 'ਚ। ਤੇ ਫਰਾਂਸ ਨੂੰ ਵਗੈਰਾ ਨੂੰ ਜਰਮਨ ਨੇ ਕੀ ਕਰਿਆ, ਜਿਵੇਂ ਤੁਸੀਂ ਕਹਿ ਪੁੱਛ ਰਹੇ ਹੋ, ਚੈਂਬਰਾਂ 'ਚ ਭਰ ਕੇ ਲੋਕ ਮਾਰੇ ਨੇ, ਯਹੂਦੀ ਲੋਕ ਵੀ। ਬਿਲਕੁਲ। ਤੇ ਇਹਦੇ ਨਾਲ ਸੀਗਾ ਜਾਪਾਨ ਨੇ ਅਮਰੀਕਾ ਪਹਿਲਾਂ ਬਾਰ ਸ਼ਾਮਲ ਨਹੀਂ ਸੀ, ਫਿਰ ਉਹ ਵੀ ਸ਼ਾਮਲ ਹੋ ਗਿਆ। ਤੁਹਾਨੂੰ ਹੋਰ ਹਿਸਟਰੀ ਦੱਸ ਦਿੰਦਾ ਇੱਕ ਮੈਂ। ਬਿਲਕੁਲ। ਜਿਹੜੇ ਇੰਗਲੈਂਡ ਵਾਲੇ ਨੇ ਨਾ, ਹਾਂਜੀ, ਇੰਗਲੈਂਡ ਦੇ ਵਿੱਚੋਂ ਹੀ ਖਾਨਦਾਨ ਜਿਹੜਾ ਨਿਊਜ਼ੀਲੈਂਡ 'ਚ ਵੱਸਦਾ ਹੈ, ਇਹੀ ਖਾਨਦਾਨ ਕਿੱਥੇ ਵੱਸਦਾ ਹੈ, ਆਸਟ੍ਰੇਲੀਆ 'ਚ। ਆਹੀ ਖਾਨਦਾਨ ਕੈਨੇਡਾ 'ਚ ਵੱਸ ਰਿਹਾ ਹੈ। ਜਿਹੜੇ ਇਹ ਸਾਰੇ ਇਕੱਠੇ ਹੋ ਜਾਂਦੇ ਨੇ, ਅਮਰੀਕਨ ਦੇ ਇੰਗਲੈਂਡ ਨਾਨਕੇ ਨੇ ਖਾਨਦਾਨ ਦੇ। ਇਸ ਕਰਕੇ ਵਰਲਡ ਵਾਰ 'ਚ ਇੱਕ ਗਰੁੱਪ ਤੇ ਬਿਲਕੁਲ ਵਰਲਡ ਵਾਰ ਜਿਹੜੀ ਆ ਉਹ ਕਿਸੇ ਨੂੰ ਨਹੀਂ ਭੁੱਲਦੀ, ਪਰ ਉਸ ਤੋਂ ਬਾਅਦ ਦੀਆਂ ਲੜਾਈਆਂ ਵੀ ਕਿੰਨੀਆਂ ਹੋਈਆਂ ਨੇ। ਪਰ ਹੁਣ ਤੁਸੀਂ ਦੇਖੋ ਕਿ ਹੁਣ ਲੜਾਈਆਂ ਅਸੀਂ ਹੁਣ ਦੇਖ ਰਹੇ ਹੈਗੇ ਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਰਸ਼ੀਆ ਦੀ ਜਿਹੜੀ ਯੂਕਰੇਨ ਦੇ ਨਾਲ ਲੜਾਈ ਹੋ ਰਹੀ ਹੈ, ਉੱਥੇ ਕਿੰਨੇ ਜ਼ਿਆਦਾ ਜਵਾਨ ਜਿਹੜੇ ਨੇ ਉਹ ਜਿਹੜੇ ਉਹਨਾਂ ਦੀ ਸ਼ਹੀਦ ਹੋ ਗਏ ਨੇ, ਮੈਂ ਕਹਿ ਸਕਦੀ ਹਾਂ। ਬਹੁਤ ਸਾਰੇ ਉੱਥੋਂ ਦੇ ਲੋਕ ਜਿਹੜੇ ਸ਼ਹੀਦ ਹੋ ਗਏ ਨੇ। ਜਦੋਂ ਵੀ ਵਾਰਾਂ ਹੁੰਦੀਆਂ ਕੇਸਰ ਸਿੰਘ ਜੀ, ਕਿਸੇ ਨੇ ਕੁਝ ਖੱਟਿਆ ਨਹੀਂ, ਜਾਨਾਂ ਗਈਆਂ ਨੇ। ਦੇਖੋ ਜਿਹੜੇ ਇਲਾਕੇ 'ਚ ਲੜਾਈ ਹੋ ਰਹੀ ਹੈ, ਫੌਜੀਆਂ ਕੋਲ ਤਾਂ ਹਥਿਆਰ ਨੇ, ਸਿਵਲ ਕੋਲ ਵੀ ਹਥਿਆਰ ਨੇ, ਪਰ ਉਹ ਆਪਣੇ ਘਰ-ਬਾਰ ਛੱਡ ਕੇ ਨਹੀਂ ਭੱਜ ਸਕਦੇ ਇੱਕਦਮ ਅਚਾਨਕ ਜੇ ਹਮਲਾ ਹੋ ਜਾ। ਲੜਾਈ ਦਾ ਜਿਵੇਂ ਕਹਿੰਦੇ, ਕੋਈ ਵੀ ਲੜਾਈ ਹੈ, ਲੜਾਈ ਦਾ ਮੂੰਹ ਕਾਲਾ ਹੈ। ਲੜਾਈ ਜੰਗ, ਜੇ ਜਿੰਨਾ ਜੰਗ ਤੇ ਪੈਸਾ ਖਰਚ ਕਰ ਰਹੀ ਹੈ ਬਾਰਡਰ ਦੇ ਵਿੱਚ ਹਥਿਆਰਾਂ ਤੇ, ਜੇ ਉਹੀ ਪੈਸਾ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਵੇ, ਕਿੰਨਾ ਅੱਛਾ ਹੋਵੇ। ਲੋਕਾਂ ਨੂੰ ਮੈਡੀਕਲ ਗਰਾਊਂਡ ਤੋਂ ਲੋਕਾਂ ਦੀ ਮਦਦ ਕੀਤੀ ਜਾਵੇ, ਲੋਕਾਂ ਦੀ ਗਰੀਬੀ ਰੇਖਾ ਚੋਂ ਲੋਕ ਨਿਕਲ ਸਕਦੇ ਨੇ। ਬਾਰਡਰ ਦੇ ਤੁਹਾਡੇ ਸਾਹਮਣੇ ਹੀ ਹੈ, ਬਾਰਡਰ ਦੇ 30 ਹਿੱਸਾ ਜੇ ਵੀ ਲੋਕ ਭੁੱਖਮਰੀ ਦੇ ਸ਼ਿਕਾਰ ਨੇ। ਬਿਲਕੁਲ। ਅਫਰੀਕਨ ਕੰਟਰੀਆਂ ਦੀ ਦੇਖ ਲਓ। ਹੁਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਫੌਜ ਦੇ ਵਿੱਚ ਸੀ, ਉਦੋਂ ਟੈਕਨੋਲੋਜੀ ਵੀ ਉਨੀ ਜ਼ਿਆਦਾ ਨਹੀਂ ਸੀ, ਪਰ ਹੁਣ ਟੈਕਨੋਲੋਜੀ, ਹੁਣ ਤਾਂ ਪਰਮਾਣੂ ਹਥਿਆਰਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਮਿਜ਼ਾਈਲਾਂ ਦੀ ਲੜਾਈ ਹੋਊਗੀ, ਰਾਕਟਾਂ ਦੀ ਲੜਾਈ ਹੋਊਗੀ। ਬਿਲਕੁਲ, ਬਹੁਤ ਜ਼ਿਆਦਾ ਜਿਹੜਾ ਵੱਧ ਗਿਆ। ਪਰ ਸਾਨੂੰ ਇੱਕ ਥਾਂ ਦੇ ਉੱਤੇ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਕੀ ਲੋੜ ਪੈ ਗਈ ਹੈ ਸਾਨੂੰ ਗੋਲੀਆਂ ਬੰਦੂਕਾਂ ਦੀ। ਸੋਚ ਵਿਚਾਰ ਕੀ ਸਾਨੂੰ ਸਾਰਿਆਂ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਵੀ ਲੜਾਈ ਨਹੀਂ ਹੋਣੀ ਚਾਹੀਦੀ। ਲੜਾਈ ਕਿਸੇ ਵੀ ਚੀਜ਼ ਦਾ ਹੱਲ ਨਹੀਂ, ਕੋਈ ਮਸਲੇ ਦਾ ਹੱਲ ਨਹੀਂ। ਜੇ ਕਿਸੇ ਦੇਸ਼ ਦਾ ਜਾਂ ਕਿਸੇ ਮੁਲਕ ਦਾ ਵੀ ਆਪਸ ਵਿੱਚ ਹੀ ਝਗੜਾ ਹੈ, ਤਾਂ ਟਾਕ ਜਿਹੜੀ ਹੋਣੀ ਹੈ ਟੇਬਲ ਤੇ ਹੋਣੀ ਹੈ, ਟੇਬਲ ਤੇ ਫੈਸਲੇ ਹੁੰਦੇ ਨੇ। ਬਿਲਕੁਲ। ਔਰ ਵਰਲਡ ਵਾਰ ਦੇ ਵਿੱਚ ਵੀ ਜਿੰਨੀਆਂ ਵੀ ਆ ਲੜਾਈਆਂ ਹੋਈਆਂ ਨੇ, ਅਖੀਰ ਟੇਬਲ ਤੇ ਫੈਸਲੇ ਹੋਏ ਨੇ। ਹੁਣ ਤੁਸੀਂ ਦੇਖੋ ਕੇਸਰ ਸਿੰਘ ਜੀ, ਜਿਵੇਂ ਹੁਣ ਤੁਸੀਂ ਲੜਾਈ ਦੇ ਮੈਦਾਨ 'ਚ ਕੁੱਦੇ ਹੈਗੇ ਆ, ਤੁਸੀਂ ਅੱਗੇ ਆ ਕੇ ਜਿਹੜੀ ਆ ਉਹ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਹੋਰ ਬਹੁਤ ਸਾਰੇ ਫੌਜੀ ਨੇ ਜਿਨ੍ਹਾਂ ਦੇ ਕੋਈ ਸ਼ਹੀਦ ਹੋ ਗਿਆ, ਕੋਈ ਫੱਟੜ ਹੋ ਗਿਆ, ਕੋਈ ਨਕਾਰਾ ਹੋ ਗਏ, ਪਰ ਫਿਰ ਵੀ ਉਹ ਬੈਠੇ ਹੈਗੇ ਨੇ। ਪਰ ਹੁਣ ਤੁਸੀਂ ਦੇਖੋ ਕਿ ਇਹ ਹੈਗਾ ਨੇਤਾਵਾਂ ਦਾ, ਜਿਹੜੇ ਨੇਤਾ ਨੇ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਹੈ। ਉਹ ਜੇ ਕੋਈ ਡਿਸੀਜ਼ਨ ਲੈਂਦੇ ਆ, ਫੇਰ ਹੀ ਕੋਈ ਲੜਾਈ ਹੁੰਦੀ ਹੈ। ਜੇ ਕਹਿ ਦਿੱਤਾ ਜਾਵੇ ਕਿ ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਆ, ਪ੍ਰਧਾਨ ਮੰਤਰੀ ਆ, ਉਹਨੂੰ ਫੌਜ 'ਚ ਜਾਣਾ ਪਊਗਾ, ਤੁਹਾਨੂੰ ਲੱਗਦਾ ਉਹਨੂੰ ਅੱਗੇ ਜਾ ਕੇ ਲੜਨਾ ਪਊਗਾ, ਉਹਦੇ ਪਰਿਵਾਰ ਨੂੰ ਲੜਨਾ ਪਊਗਾ, ਤੁਹਾਨੂੰ ਲੱਗਦਾ ਲੜਾਈਆਂ ਹੋਣਗੀਆਂ? ਉਹ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ, ਉਹਦਾ ਜਵਾਬ ਮੈਂ ਦਿੰਦਾ। ਜਿਹੜੇ ਬ੍ਰਿਟਿਸ਼ ਦੇ ਜਿਹੜੇ ਬਾਹਰਲੀਆਂ ਕੰਟਰੀਆਂ ਨੇ, ਇੰਗਲੈਂਡ ਦੇ ਜਿਵੇਂ ਲਾਰਡ ਮਾਊਂਟਨ ਬੈਟਨ ਦੀ ਗਾਂ ਖਾਨਦਾਨ ਚੋਂ, ਰਾਣੀ ਦੇ ਖਾਨਦਾਨ ਚੋਂ ਹੈ, ਇਹ ਵੀ ਆਪਣਾ ਗਵਰਨਰ ਜਨਰਲ ਰਿਹਾ। ਇਹ ਵੀ ਨੇਵੀ ਦੇ ਵਿੱਚ ਐਡਮਿਰਲ ਸੀ, ਲੈਫਟੀਨੈਂਟ ਜਨਰਲ ਦਾ ਰੈਂਕ ਹੁੰਦਾ ਉਹਦਾ। ਫਿਰ ਮੇਰੇ ਕਹਿਣ ਦਾ ਮਤਲਬ ਹੈ ਜਿਹੜੇ ਅੰਗਰੇਜ਼ ਤੇ ਨਾ, ਇਹ ਅੰਗਰੇਜ਼ ਖਾਨਦਾਨ ਜਿੰਨੇ ਵੀ ਹੈ, ਯੂਰਪ ਦੇ ਖਾਨਦਾਨ, ਇਹ ਫੌਜ ਦੇ ਵਿੱਚ ਸਾਰੇ ਬੜੀ ਜਾਣੀ ਬਹੁਤ ਦੇਣ ਇਹਨਾਂ ਦੇ ਪਰਿਵਾਰਾਂ ਦੀ, ਔਰ ਬੜੀ ਵੱਡੀ ਸੇਵਾ ਕਰਦੇ ਨੇ। ਜਨਰਲ ਨੇ ਕਹਾ ਬੱਚੇ ਭਰਤੀ ਹੁੰਦੇ ਨੇ, ਮਿਨਿਸਟਰਾਂ ਦੇ ਬੱਚੇ ਭਰਤੀ ਹੁੰਦੇ ਨੇ। ਸਾਡੇ ਦੇਸ਼ 'ਚ ਰੀਤੀ ਰਿਵਾਜ ਨਹੀਂ। ਸਾਡੇ ਦੇਸ਼ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਹੁਣ ਮੈਂ ਜੇ ਕਹਿਣਾ ਤਾਂ ਵਧੀਆ ਨਹੀਂ ਲੱਗਦਾ। ਇਹ ਤਾਂ ਭਰਤੀ ਹੋਣਾ ਤਾਂ ਇੱਕ ਪਾਸੇ ਰਿਹਾ, ਇਹ ਤਾਂ ਸਾਡੇ ਜਵਾਨਾਂ ਨੂੰ ਸਹੂਲਤਾਂ ਦੇਣ ਤੋਂ ਵੀ ਪਿੱਛੇ ਨੂੰ ਹਟ ਰਹੇ ਨੇ। ਜੀ ਜੀ, ਉਨੀਆਂ ਸਹੂਲਤਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਹੱਕ ਬਣਦਾ, ਰਾਈਟ ਬਣਦਾ। ਆ ਤੁਹਾਡੇ ਸਾਹਮਣੇ ਚੱਲਦਾ ਰਿਹਾ ਬੰਦ ਰੈਂਕ ਬੰਦ ਪੈਨਸ਼ਨ ਜੀ, ਉਹਦੇ ਵਿੱਚ ਦੇਖ ਲਓ ਕੀ ਕੁਛ ਹੋ ਰਿਹਾ ਹੈ। ਸੁਪਰੀਮ ਕੋਰਟ ਆਰਡਰ ਕਰ ਰਿਹਾ, ਉਹਦੇ ਵੀ ਆਰਡਰ ਨਹੀਂ ਮੰਨਿਆ ਜਾ ਰਿਹਾ। ਸਾਡੇ ਮੁਲਕ ਦੇ ਖਾਣੇ ਕੋ ਔਰ ਦਿਖਾਣੇ ਕੋ ਔਰ ਕੰਮ ਹੋ ਰਿਹਾ ਜੀ। ਬਿਲਕੁਲ ਜੀ, ਲੋਕਤੰਤਰ ਕਿਤੇ ਨਾ ਕਿਤੇ ਮਰ ਗਿਆ, ਮੈਂ ਕਹਿ ਸਕਦੀ ਹਾਂ। ਇਸ ਕਰਕੇ ਮਨ ਨੂੰ ਬੜਾ ਠੋਸ ਪਹੁੰਚਦੀ ਹੈ, ਦੁੱਖ ਹੁੰਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਆਪਣੇ ਦੇਸ਼ ਲਈ ਖੂਨ ਦਿੱਤਾ, ਅੱਜ ਅਸੀਂ ਜਦ ਉਹਨਾਂ ਦੀ ਬਾਂਹ ਫੜਨੀ ਲਿਆ, ਆਪਣੇ ਮਾਮੂਲੀ ਪੈਨਸ਼ਨ ਵਧਾਉਣ ਪਿੱਛੇ ਵੀ ਉਹਨਾਂ ਨਾਲ ਅਸੀਂ ਵਿਸਤਾਰ ਕਰਦੇ ਹਾਂ ਜੀ। ਬਿਲਕੁਲ, ਇਹ ਹੋਣਾ ਨਹੀਂ ਚਾਹੀਦਾ। ਉਹਨਾਂ ਲਈ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ। ਜੋ ਵੀ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਉਹਨਾਂ ਦੇ ਪਿੱਛੇ ਜੋ ਬੱਚੇ ਨੇ
ਉਹਨਾਂ ਦੇ ਪਰਿਵਾਰ ਨੇ, ਕਈਆਂ ਦੇ ਨੌਜਵਾਨ ਬੱਚੇ ਮਰ ਗਏ, ਮਾਂ-ਬਾਪ ਹੀ ਰਹਿ ਗਏ। ਉਹ ਦੇਸ਼ ਦੇ ਮਾਂ-ਬਾਪ ਨੇ, ਉਸ ਕੌਮ ਦੇ ਮਾਂ-ਬਾਪ ਨੇ, ਉਹਨਾਂ ਨੂੰ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਪਰ ਅਸੀਂ ਇਹਨਾਂ ਚੀਜ਼ਾਂ 'ਚ ਬਾਹਰਲੇ ਮੁਲਕਾਂ ਨਾਲ ਬਹੁਤ ਪਿੱਛੇ ਆ, ਕਰ ਰਹੇ ਨੇ, ਪਰ ਉਹ ਨਹੀਂ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਕਈ ਸਰਕਾਰਾਂ ਫੌਜ ਲਈ ਵਧੀਆ ਨੇ, ਕਈ ਵਧੀਆ ਨਹੀਂ ਹੁੰਦੀਆਂ। ਬਿਲਕੁਲ ਜੀ, ਪੱਥ ਦਾ ਨਾਂ ਬਦਲ ਦਿੱਤਾ, ਉਹਨੂੰ ਅਲੱਗ ਥਾਂ ਦੇ ਉੱਤੇ ਕਰ ਦਿੱਤਾ, ਸਾਡੇ ਭਾਵਨਾਵਾਂ ਜੁੜੀਆਂ ਜੀ, ਉਹਨਾਂ ਫੈਮਲੀਆਂ ਦੀਆਂ। ਲੜਕਾ ਥੋੜ੍ਹਾ ਭਰਤੀ ਹੋਊ ਜਾਂ ਰਾਸ਼ਟਰਪਤੀ ਦਾ ਲੜਕਾ ਥੋੜ੍ਹਾ ਭਰਤੀ ਹੋਊ, ਸਾਡੇ ਤਾਂ ਆਮ ਪਿੰਡਾਂ 'ਚੋਂ ਗਰੀਬ ਬੱਚੇ ਭਰਤੀ ਹੋਣਗੇ ਜੀ। ਬਿਲਕੁਲ, ਇਹ ਆ ਜਿਨ੍ਹਾਂ ਦੇ ਖਾਨਦਾਨੀ ਪੀੜ੍ਹੀ ਚਲੀ ਜਾ ਰਹੀ ਹੈ, ਫੌਜ ਭਰਤੀ ਹੁੰਦੀ, ਉਹ ਭਰਤੀ ਹੋਣਗੇ। ਇਹ ਤਾਂ ਦੇਖੋ, ਇਹਨਾਂ ਨੂੰ 5-5 ਪੈਨਸ਼ਨਾਂ ਨੇ ਤੁਹਾਡੇ ਸਾਹਮਣੇ ਆ ਰਾਜਨੀਤੀਆਂ ਨੂੰ। ਸਾਨੂੰ ਇੱਕ ਪੈਨਸ਼ਨ ਵਧਾਉਣ ਲੱਗੇ ਵੀ ਰੋ ਰਹੇ ਨੇ ਜੀ। ਇੱਕ ਐਮਐਲਏ 5-5 ਪੈਨਸ਼ਨਾਂ ਲੈ ਰਿਹਾ ਹੈ। ਸਗੋਂ ਦੀ ਹੋਣਾ ਇਹ ਚਾਹੀਦਾ ਹੈ ਕਿ ਉਹਨਾਂ ਦੀ, ਜਿਨ੍ਹਾਂ ਨੇ ਸਾਨੂੰ, ਜਿਹਦੇ ਸਿਰ ਦੇ ਉੱਤੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ, ਉਹਨਾਂ ਨੂੰ ਜ਼ਿਆਦਾ ਸੇਵਾਵਾਂ, ਉਹਨਾਂ ਨੂੰ ਸਰਵਿਸਿਜ਼ ਜ਼ਿਆਦਾ ਦੇਣੀਆਂ ਚਾਹੀਦੀਆਂ ਨੇ। ਪਰ ਕੇਸਰ ਸਿੰਘ ਜੀ, ਅਸੀਂ ਇਹ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਜਦੋਂ ਤੁਸੀਂ ਫੌਜ ਦੇ ਵਿੱਚ ਸੀਗੇ, ਕੋਈ ਅਜਿਹੀ ਯਾਦ, ਅਜਿਹੀ ਮੈਮਰੀ, ਜਾਂ ਕੋਈ ਜੰਗ ਵੇਲੇ ਦੀ ਮੈਮਰੀ, ਲੜਾਈ ਵੇਲੇ ਦੀ ਮੈਮਰੀ, ਜਾਂ ਫਿਰ ਉਸ ਤਰ੍ਹਾਂ ਕੋਈ ਮੈਮਰੀ ਸ਼ੇਅਰ ਕਰਨੀ ਚਾਹੋ ਸਾਡੇ ਵਿਊਅਰਸ ਦੇ ਨਾਲ? ਉਹ ਜਿਵੇਂ ਹੁਣ ਤੁਸੀਂ ਕਿਹਾ, ਇਹਨਾਂ ਚੀਜ਼ਾਂ 'ਚ ਆਪਾਂ ਪਰ ਰਾਜਨੀਤੀ 'ਚ ਮੈਂ ਪੈਣਾ ਨਹੀਂ ਚਾਹੁੰਦਾ। ਰਾਜਨੀਤੀ 'ਚ ਬਹੁਤ ਕੁਛ ਹੈ, ਰਾਜਨੀਤੀ ਕਹਿੰਦੀ ਕੁਛ ਹੈ, ਕਰਦੀ ਕੁਛ ਹੈ। ਜਿਹੜੇ ਫੌਜੀ ਜਵਾਨ ਨੇ, ਇਹਨਾਂ ਨੇ ਤਾਂ ਕਸਮ ਖਾਧੀ ਹੁੰਦੀ ਆ ਦੇਸ਼ ਲਈ, ਹਵਾ ਦੇ ਰਸਤੇ, ਸਮੁੰਦਰੀ ਰਸਤੇ, ਜ਼ਮੀਨ ਦੇ ਰਸਤੇ, ਜਿੱਥੇ ਮੈਨੂੰ ਭੇਜੋਗੇ ਮੈਂ ਜਾਊਂਗਾ। ਇਹਨਾਂ ਨੇ ਸਹੁੰ ਖਾਧੀ ਹੁੰਦੀ ਆਪਣੇ ਧਰਮ ਦੀ, ਇਹ ਕਦੇ ਪਿੱਛੇ ਨਹੀਂ ਹਟਦੇ। ਹੁਣ ਰਾਜਨੀਤੀ ਤਾਂ ਐਮਐਲਏ ਜਾਂ ਐਮਪੀ ਕਾਹਦੇ ਲਈ ਬਣਦੇ ਨੇ? ਇਹ ਅਜੇ ਫਿਰ ਕਹਿੰਦੇ ਸਾਨੂੰ ਪੈਨਸ਼ਨ ਚਾਹੀਦੀ ਆ। ਰਾਜਨੀਤੀ ਲੁੱਟੀ ਆ, ਹੋਰ ਕੀ ਆ? ਇਹ ਲੁੱਟ ਰਹੇ ਨੇ, ਲੋਕਾਂ ਦਾ ਪੈਸਾ ਸ਼ੋਸ਼ਣ ਕਰ ਰਹੇ ਨੇ। ਜਿਹੜੇ ਦੇਸ਼ ਲਈ ਜਾਨ ਦੇ ਰਿਹਾ, ਜਿਹਦੇ ਆਸਰੇ ਮੁਲਕ ਸੌਂਦਾ ਹੈ, ਬਾਰਡਰ ਤੇ ਉਹ ਖੜਾ ਹੈ, ਰਾਤ ਨੂੰ ਰਾਫਲ ਲੈ ਕੇ, ਦੇਸ਼ ਸੁੱਤਾ ਪਿਆ, ਉਹਦੇ ਸਿਰ ਤੇ ਸੁੱਤਾ ਪਿਆ। ਅਸੀਂ ਉਹਨਾਂ ਲਈ ਨਹੀਂ ਸੋਚਦੇ, ਅਸੀਂ ਸਿਰਫ ਆਪਣੀ ਪੈਨਸ਼ਨ ਲਈ ਸੋਚ ਰਹੇ ਹਾਂ, ਆਪਣੇ ਲਈ ਸੋਚ ਰਹੇ ਹਾਂ ਵੀ ਮੇਰੀ ਆਉਣ ਵਾਲੀ ਜਿਹੜੀ 30 ਪੀੜ੍ਹੀ ਹੈ, ਮੈਂ ਉਹਦੇ ਲਈ ਵੀ ਘਰ ਭਰ ਜਾਵਾਂ। ਜੀ ਬਿਲਕੁਲ, ਇਹ ਸੋਚਣਾ ਚਾਹੀਦਾ ਹੈ। ਹਾਂ, ਇਹ ਸੋਚਣਾ ਨਹੀਂ ਚਾਹੀਦਾ। ਜਿਹੜਾ ਜਵਾਨਾਂ ਦਾ ਹੱਕ ਬਣਦਾ, ਜਵਾਨਾਂ ਨੂੰ ਹਮੇਸ਼ਾ ਦੇਣਾ ਚਾਹੀਦਾ। ਅਫਸਰਾਂ ਨੂੰ, ਜਵਾਨਾਂ ਨੂੰ, JCO ਨੂੰ, ਮੈਂ ਸਾਰਿਆਂ ਨੂੰ ਬੇਨਤੀ ਕਰਦੇ ਹੁੰਦੀ, ਸਾਰੇ ਉਹਦੇ 'ਚ ਆ ਜਾਂਦੇ ਨੇ। ਉਹਨਾਂ ਦਾ ਜੋ ਰਾਈਟ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਜੀ। ਪਰ ਇਸ ਚੀਜ਼ ਵਿੱਚ ਹੁਣ ਸਾਡਾ ਖਰਚਾ ਤਾਂ ਗਿਣ ਲੈਂਦੇ ਨੇ ਇਹ ਵੀ ਜੇ ਬੰਦ ਰੈਂਕ ਪੈਨਸ਼ਨ ਕਰਨਾ ਇੰਨਾ ਖਰਚਾ ਵਾਜੂ, ਕਦੇ ਨੇ ਆਪਣਾ ਖਰਚਾ ਵੀ ਸੋਚਿਆ? ਬਿਲਕੁਲ ਬਿਲਕੁਲ, ਇਹ ਬੜੀਆਂ ਤਰਕ ਵਾਲੀਆਂ ਗੱਲਾਂ ਨੇ। ਸੋਚਿਆ ਆਪਣਾ ਖਰਚਾ ਵੀ, ਸਾਡਾ ਖਰਚਾ ਇੱਕ ਫਿਰ ਕਹਿਣਗੇ ਜੀ ਪੈਟਰੋਕੋਲ ਦੇ ਵਿੱਚੋਂ ਅੱਗੇ ਚਲੇ ਗਏ। ਅੱਗੇ ਨਹੀਂ ਮੈਂ ਜਾਣਾ ਮੰਗਦਾ। ਇੱਕ ਪ੍ਰਧਾਨ ਮੰਤਰੀ 50,000 ਦਾ ਸੂਟ ਪਾ ਸਕਦਾ ਹੈ, ਇੱਕ ਜਵਾਨ ਨਹੀਂ ਪਾ ਸਕਦਾ, ਵਰਦੀ ਨਹੀਂ ਪਾ ਸਕਦਾ ਉਹ। ਬਿਲਕੁਲ ਬਿਲਕੁਲ, ਇਹ ਸੱਚਮੁੱਚ ਗੱਲਾਂ, ਸੱਚਮੁੱਚ ਜਿਹੜੀਆਂ ਨੇ ਉਹ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ। ਸਰਕਾਰਾਂ ਨੂੰ ਸੋਚਣ ਦੀ ਲੋੜ ਹੈ, ਅਫਸਰਾਂ ਨੂੰ ਸੋਚਣ ਦੀ ਲੋੜ ਹੈ। ਪਰ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕੇਸਰ ਸਿੰਘ ਜੀ, ਕੋਈ ਯਾਦ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ? ਯਾਦਗਿਰੀ ਪੁੱਛੋ, ਜੋ ਪੁੱਛਣਾ, ਮੇਰੇ ਯਾਦ ਨੇ ਜੀ। ਕੀ ਸਾਂਝਾ ਕਰਨਾ ਚਾਹੁੰਦੇ ਆ? ਕੋਈ ਲੜਾਈ ਵੇਲੇ ਦੀ ਯਾਦ ਹੋਵੇ ਜਿਹੜੀ ਤੁਹਾਨੂੰ ਹਜੇ ਤੱਕ ਨਾ ਭੁੱਲਦੀ ਹੋਵੇ? ਯਾਦ ਹੈ, ਅਸੀਂ ਵਰਦੀਆਂ ਇੱਕ ਟੈਂਕ ਪਿੱਟ ਰਹੇ ਤੇ, ਮੈਂ ਉਹ ਵੀ ਦੇਖੇ। ਅਸੀਂ 4 ਸਿਪਾਹਿਓਂ ਤੋਪਾਂ ਦੇ ਗੋਲੇ ਉੱਪਰ ਗਿਰ ਰਹੇ ਤੇ, ਕੰਨ ਸੁਣਾਈ ਨਹੀਂ ਦਿੰਦਾ। ਜੇ ਇੱਕ ਪਾਸੇ ਫਾਇਰਿੰਗ ਖੁੱਲ ਗਈ ਤਾਂ ਦੂਏ ਪਾਸੇ ਤੱਕ ਚੱਲਦੀ ਹੋ ਰਹਿੰਦੀ ਸੀ। ਤੇ ਅਜੇ ਤੱਕ ਤੁਹਾਡੇ ਕੰਨ ਨੂੰ ਪ੍ਰੋਬਲਮ ਹੈਗੀ ਹੈ? ਫਿਰ ਉਹ ਮੂਰੇ ਫਰੰਟ ਲਾਈਨ 'ਚ ਰਹੇ ਆ, ਵਾਹਿਗੁਰੂ ਦੀ ਕਿਰਪਾ ਨਾਲ ਕਦੇ ਬਾਲ ਬਿੰਗਾ ਨਹੀਂ ਹੋਇਆ। ਮਾਲਕ ਨੇ ਬੜੀ ਕਿਰਪਾ ਰੱਖੀ ਹੈ। ਔਰ ਮੇਰੇ ਜਿੰਨਾ ਮੇਰਾ ਟਰੁੱਪ ਸੀ, ਉਹ ਵੀ ਮੇਰੇ ਜਵਾਨ ਪੂਰੇ ਕਾਇਮ ਰਹੇ ਨੇ। ਔਰ ਮੈਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦਾ ਰਿਹਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਮੈਦਾਨ ਚੜ੍ਹਦੀਆਂ ਕਲਾਂ ਬਖਸ਼ੀ। ਔਰ ਉਹਨੇ ਸਾਡੇ ਸਾਰੇ ਟਰੁੱਪ ਨੂੰ ਚੜ੍ਹਦੀਆਂ ਕਲਾਂ ਹੀ ਬਖਸ਼ੀ ਹੈ। ਔਰ ਜਿਹੜੇ ਸਾਡੇ ਖੱਬੇ ਸੱਜੇ ਟਰੁੱਪ ਸੀ, ਉਹ ਵੀ ਚੜ੍ਹਦੀਆਂ ਕਲਾਂ 'ਚ ਰਹੇ ਨੇ ਜੀ। ਹਮੇਸ਼ਾ ਹੀ ਜਦ ਬੰਦਾ ਹੌਸਲਾ ਰੱਖਦਾ, ਪਰਮਾਤਮਾ ਨੂੰ ਯਾਦ ਰੱਖਦਾ, ਉਹ ਕਦੇ ਮਾਰ ਨਹੀਂ ਖਾਂਦਾ ਜ਼ਿੰਦਗੀ 'ਚ। ਵਾਹਿਗੁਰੂ ਉਹਦੇ ਅੰਗ ਸੰਗ ਸਹਾਈ ਰਹਿੰਦਾ ਜੀ। ਇਸ ਕਰਕੇ ਕਦੇ ਵੀ ਬੰਦੇ ਨੂੰ ਲੜਾਈ ਦੇ ਮੈਦਾਨ 'ਚ ਹੋਵੇ, ਚਾਹੇ ਪੀਸ ਦੇ ਮੈਦਾਨ 'ਚ ਹੋਵੇ, ਕਦੇ ਡੋਲਣਾ ਨਹੀਂ ਚਾਹੀਦਾ। ਮਾਲਕ ਦੇ ਉੱਤੇ ਟੇਕ ਰੱਖਣੀ ਚਾਹੀਦੀ ਹੈ। ਜਿਸ ਸਰਕਾਰ ਦਾ ਅਸੀਂ ਨਮਕ ਖਾਂਦੇ ਹਾਂ, ਉਹਨਾਂ ਦਾ ਸਾਨੂੰ ਨਮਕ ਹਰਾਮ ਨਹੀਂ ਕਰਨਾ ਚਾਹੀਦਾ, ਵਫਾ ਕਰਨਾ ਚਾਹੀਦਾ। ਔਰ ਆਪਣੀ, ਚਾਹੇ ਸਾਨੂੰ ਆਪਣੀ ਕੁਰਬਾਨੀ ਕਿਉਂ ਦੇਣੀ ਪਵੇ, ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਨਾ ਹੀ ਫੌਜੀ ਜਵਾਨ ਕਦੇ ਪਿੱਛੇ ਹਟਦਾ, ਨਾ ਹੀ ਜਰਨੈਲ ਹਟਦਾ, ਨਾ ਹੀ JSU ਹਟਦਾ ਜੀ। ਬਿਲਕੁਲ। ਕੇਸਰ ਸਿੰਘ ਜੀ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਆ, ਸਾਡੇ ਨਾਲ ਗੱਲਬਾਤ ਕੀਤੀ ਹੈ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੀਆਂ ਸੇਵਾਵਾਂ ਦੇ ਲਈ ਧੰਨਵਾਦ ਕਰਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਤੁਹਾਡੇ ਤੋਂ ਹੋਰਾਂ ਨੂੰ ਵੀ ਹਿੰਮਤ ਮਿਲਦੀ ਰਹੂਗੀ ਜਿਹੜੇ ਆਪਣੇ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ, ਕੱਲ੍ਹ ਪਰੇਡਾਂ ਹੋਣਗੀਆਂ ਸਾਰੇ ਵਰਲਡ 'ਚ, ਅਰਮਸ ਡੇ ਮਨਾਇਆ ਜਾਊਗਾ। ਜਿਨ੍ਹਾਂ ਯੋਧਿਆਂ ਨੇ ਆਪਣੇ ਖੂਨ ਦੀ ਹੁੱਤੀ ਦਿੱਤੀ, ਉਹਨਾਂ ਨੂੰ ਸਾਰਿਆਂ ਨੂੰ ਕੱਲ੍ਹ ਅਸੀਂ 2 ਮਿੰਟ ਦਾ ਮੌਨ ਰੱਖ ਕੇ ਯਾਦ ਕਰੀਏ।
ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸਾਡੀ ਇਹੀ ਹੈ, ਜੇ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਤਾਂ ਸਾਡੇ ਆਉਣ ਵਾਲੀਆਂ ਨਸਲਾਂ ਸੁਰੱਖਿਅਤ ਰਹਿਣਗੀਆਂ ਔਰ ਸਾਡਾ ਭਵਿੱਖ, ਸਾਡਾ ਦੇਸ਼ ਵੀ ਸੁਰੱਖਿਅਤ ਰਹੂ। ਇਸ ਕਰਕੇ ਕੱਲ ਸਾਰੇ ਉਹਨਾਂ ਨੂੰ ਨਮਨ ਕਰੋ, 2 ਮਿੰਟ ਦਾ ਮੌਨ ਰੱਖੋ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੋ। ਮੈਂ ਆਪਣੇ ਤਨੋਂ ਮਨੋਂ ਉਹਨਾਂ ਨੂੰ ਸਾਰਿਆਂ ਨੂੰ ਯਾਦ ਕਰਦਾ ਹਾਂ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਜਿਨ੍ਹਾਂ ਨੇ ਪ੍ਰਾਣ ਦਿੱਤੇ ਦੇਸ਼ ਵਾਸਤੇ। ਪਿੱਛੇ ਜਿਹੜੇ ਉਹਨਾਂ ਦੇ ਪਰਿਵਾਰ ਰਹਿ ਗਏ, ਉਹਨਾਂ ਦੇ ਬੱਚੇ ਰਹਿ ਗਏ, ਉਹਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ ਜੀ। ਕੋਈ ਮੈਂ ਗਲਤ ਲਫ਼ਜ਼ ਬੋਲ ਬੈਠਿਆ ਹਾਂ ਤਾਂ ਮੈਂ ਖੇਮਾ ਦਾ ਜਾਚਕਾਂ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੋ ਕੇਸਰ ਸਿੰਘ ਕੂਨਰ ਜੀ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ, ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਸਲੂਟ ਕਰਦੇ ਹਾਂ, ਜਜ਼ਬੇ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਲੜਾਈਆਂ ਦੇਖੀਆਂ ਨੇ। ਜਿਵੇਂ ਕੇਸਰ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਵਰਦੀਆਂ, ਗੋਲੀਆਂ, ਤੋਪਾਂ ਦੇਖੀਆਂ, ਫਰੰਟ ਲਾਈਨ ਦੇ ਵਿੱਚ ਵੀ ਰਹੇ, ਪਰ ਜਦੋਂ ਪਰਮਾਤਮਾ ਦਾ ਓਟ ਆਸਰਾ ਹੋਵੇ ਤਾਂ ਕੁਝ ਵੀ ਹੋ ਸਕਦਾ। ਪਰ ਨਾਲ ਨਾਲ ਅਸੀਂ ਉਹਨਾਂ ਨੂੰ ਵੀ ਸਲਾਮ, ਉਹਨਾਂ ਨੂੰ ਵੀ ਪ੍ਰਣਾਮ ਕਹਿੰਦੇ ਹਾਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਉਹਨਾਂ ਦੇ ਪਰਿਵਾਰਾਂ ਨੂੰ ਹੋਰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਹੌਸਲੇ ਦੇ ਵਿੱਚ ਰਹਿਣ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਅੱਜ ਇਸ ਦਹਾਂਤ ਤੇ ਨਹੀਂ। ਸੋ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਫੌਜੀ ਲੜੇ, ਜਿੱਥੇ ਜਿੱਥੇ ਵੀ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਹੋਈਆਂ, ਉਹਨਾਂ ਸਾਰਿਆਂ ਨੂੰ ਸਾਂਝਾ ਟੀਵੀ ਦੇ ਪਲੇਟਫਾਰਮ ਤੋਂ ਤਹਿ ਦਿਲੋਂ ਸ਼ਰਧਾਂਜਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ